ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਵਿਸਰ ਨਾਹੀ ਏ ਵਡ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ। ਦਿਨ ਸਰੈਣ ਜੋ ਤੁਧ ਧਿਆਈ, ਇਹ ਦਾਨ ਮੋਇ ਕਰਨਾ ਜੀਓ। ਮਾਟੀ ਅੰਦਰ ਅੰਧੀ ਸੁਰਤ ਸਮਾਈ, ਸਭ ਕੁਛ ਦੀਆ ਭਲਿਆ ਜਾਈ। ਆਨੰਦ ਬਨੋਦ ਚੋਜ ਤਮਾਸੇ, ਤੁਧ ਭਾਵੇ ਸੋ ਹੋਣਾ ਜੀਓ। ਜਿਸ ਦਾ ਦਿੱਤਾ ਸਭ ਕੁਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ। ਸੇਜ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਓ। ਸਾ ਬੁੱਧ ਦੀਜੇ ਜਿਤ ਵਿਸਰੇ ਨਾਹੀ, ਸਾ ਮਤ ਦੀਜੇ ਜਿਤ ਤੁਧ ਧਿਆਈ। ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ। ਸਾ ਬੁੱਧ ਦੀਜੇ ਜਿਤ ਵਿਸਰੇ ਨਾਹੀ, ਸਾ ਮਤ ਦੀਜੇ ਜਿਤ ਤੁਧ ਧਿਆਈ। ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ। ਗੁਰੂ ਜੀ ਕਹਿੰਦੇ ਹਨ ਕਿ ਹੇ ਇਤਨੇ ਵੱਡੇ ਦਾਤਾਰ ਪਿਤਾ, ਮੇਰੇ ਉੱਤੇ ਇਹ ਕਿਰਪਾ ਕਰੋ। ਹੇ ਬੇਅੰਤ ਦਾਤਾਂ ਦੇਣ ਵਾਲੇ ਪਰਮਾਤਮਾ, ਕਿਰਪਾ ਕਰੋ ਕਿ ਮੈਂ ਪ੍ਰੇਮ ਵਿੱਚ ਰੰਗੇ ਹੋਏ ਪਰਮਾਤਮਾ ਨੂੰ ਕਦੇ ਵੀ ਨਾ ਭੁਲਾਵਾਂ। ਮੈਨੂੰ ਇਹ ਦਾਨ ਬਖਸ਼ੋ ਕਿ ਜਿਵੇਂ ਹੋ ਸਕੇ ਮੈਂ ਦਿਨ ਰਾਤ ਤੁਹਾਡੇ ਚਰਨਾਂ ਦਾ ਧਿਆਨ ਧਰ ਕੇ ਤੇਰੀ ਆਰਾਧਨਾ ਕਰਦਾ ਰਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ, ਸਾਡੇ ਇਸ ਮਿੱਟੀ ਦੇ ਸਰੀਰ ਵਿੱਚ ਤੂੰ ਚੇਤਨਾ ਸਮਾ ਦਿੱਤੀ ਹੈ। ਤੂੰ ਸਾਨੂੰ ਜੀਵਾਂ ਨੂੰ ਸਭ ਕੁਝ ਦਿੱਤਾ ਹੋਇਆ ਹੈ, ਚੰਗੀਆਂ ਥਾਵਾਂ ਅਤੇ ਨਿਵਾਸ ਬਖਸ਼ੇ ਹੋਏ ਹਨ। ਹੇ ਪਰਮਾਤਮਾ, ਤੇਰੀ ਸਿਰਜੀ ਹੋਈ ਮਖਲੂਕਾਤ, ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ ਖੁਸ਼ੀਆਂ, ਖੇਡ, ਤਮਾਸ਼ੇ, ਆਨੰਦ ਮਾਣ ਰਹੇ ਹਨ। ਇਹ ਸਭ ਕੁਝ ਜੋ ਹੋ ਰਿਹਾ ਹੈ, ਤੇਰੀ ਰਜ਼ਾ ਅਨੁਸਾਰ ਹੀ ਹੋ ਰਿਹਾ ਹੈ ਅਤੇ ਤੈਨੂੰ ਚੰਗਾ ਲੱਗਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਜਗਿਆਸੂਓ, ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ ਅਤੇ ਪ੍ਰਾਪਤ ਕਰਨਾ ਹੈ, ਜਿਸ ਦੀ ਮਿਹਰ ਨਾਲ ਅਨੇਕਾਂ ਕਿਸਮਾਂ ਦੇ 36 ਪ੍ਰਕਾਰ ਦੇ ਅੰਮ੍ਰਿਤ ਤੁਲ ਭੋਜਨ ਖਾਣੇ ਹਨ। ਆਰਾਮ ਕਰਨ ਲਈ ਸੁਖਦਾਈ ਮੰਜੇ ਬਿਸਤਰੇ ਸਾਨੂੰ ਮਿਲੇ ਹੋਏ ਹਨ। ਠੰਡੀ ਹਵਾ ਅਸੀਂ ਮਾਣ ਰਹੇ ਹਾਂ ਅਤੇ ਬੇਫਿਕਰੀ ਦੇ ਕਈ ਰੰਗ ਤਮਾਸ਼ੇ ਕਰਦੇ ਰਹਿੰਦੇ ਹਾਂ। ਉਸ ਪਰਮਾਤਮਾ ਨੂੰ ਕਦੇ ਵੀ ਨਹੀਂ ਭੁਲਾਉਣਾ ਚਾਹੀਦਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ, ਮੈਨੂੰ ਅਜਿਹੀ ਅਕਲ ਅਤੇ ਬੁੱਧੀ ਦਿਓ ਜਿਸ ਦੀ ਬਰਕਤ ਨਾਲ ਮੈਂ ਤੈਨੂੰ ਕਦੇ ਨਾ ਭੁਲਾਵਾਂ। ਮੈਨੂੰ ਉਹੀ ਮਤ ਬਖਸ਼ ਕਿ ਮੈਂ ਤੈਨੂੰ ਸਿਮਰਦਾ ਰਹਾਂ ਅਤੇ ਤੇਰੀ ਆਰਾਧਨਾ ਕਰਦਾ ਰਹਾਂ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇ ਤਾਂ ਕਿ ਮੈਂ ਸਵਾਸ ਤੇਰੇ ਗੁਣ ਗਾਉਂਦਾ ਰਹਾਂ। ਇਸ ਸ਼ਬਦ ਵਿੱਚ
ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮਾਤਮਾ ਨੇ ਅਚੇਤ ਸਰੀਰ ਵਿੱਚ ਚੇਤਨਾ ਭਰ ਕੇ ਮਨੁੱਖ ਨੂੰ ਆਨੰਦ ਮਾਣਨ ਦੇ ਯੋਗ ਬਣਾਇਆ ਹੈ ਅਤੇ ਹਰ ਪ੍ਰਕਾਰ ਦੇ ਸੁੱਖ ਅਤੇ ਸੁਵਿਧਾਵਾਂ ਬਖਸ਼ੀਆਂ ਹਨ। ਸ੍ਰਿਸ਼ਟੀ ਦੇ ਮਾਲਕ ਪਾਸੋਂ ਦਾਨ ਕਿਹੜਾ ਅਤੇ ਕਿਵੇਂ ਮੰਗਣਾ ਹੈ, ਇਸ ਸੇਧ ਇਸ ਸ਼ਬਦ 'ਚੋਂ ਮਿਲਦੀ ਹੈ। ਉਸ ਪਰਮਾਤਮਾ ਨੂੰ ਸਮਰੱਥ ਜਾਣ ਕੇ ਆਪਣੀ ਕਲਿਆਣ ਹਿੱਤ ਉਸ ਦੀ ਵਡਿਆਈ ਕਰਨੀ ਅਤੇ ਉਸ ਦੀਆਂ ਬਖਸ਼ੀਆਂ ਅਨੇਕਾਂ ਦਾਤਾਂ ਦਾ ਕੀਰਤਗਾਹ ਹੋਣਾ ਹੈ। ਇੱਥੇ ਹੀ ਬਸ ਨਹੀਂ, ਆਪਣਾ ਆਪ ਤਿਆਗ ਕੇ ਨੀਕੇ ਦਾਨ ਦੀ ਜਾਚਨਾ ਵੀ ਕਰਨੀ ਹੈ। ਇਸ ਲਈ ਮਨੁੱਖ ਨੂੰ ਹਰ ਵੇਲੇ ਹਰ ਭਗਤੀ ਅਤੇ ਸਿਮਰਨ, ਨਾਮ ਸਿਮਰਨ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ ਜੀ, ਅਤੇ ਗੁਰੂ ਦੇ ਦੱਸੇ ਰਸਤੇ ਉੱਤੇ ਚੱਲਣਾ ਚਾਹੀਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।